श्री वाहिगुरु साहिब जी। एक ओंकार सतनाम करता पुरख निरभव निर्वैर अकाल मूरत करुणी सहम गुर प्रसाद। गणौत बंदन अनकबार सर्व कला समरथ डोलना तेरा को प्रभु नानक दे कर हथ। तेरे कवन कवन गुण कह कह गावा तू साहिब गुणी निधाना। तुम्हारी महिमा वर्ण न सको तुम ठाकर ऊंचा भगवाना। बाणी गुरु गुरु है बाणी विच बाणी अमृत सारे। गुरबाणी कहा सेवक जन मानै प्रतख गुरु निस्तारे। जिसमें अमृत ज्ञान माणक भगत वैराग। गुरु ग्रंथ साहब उदद बंदा कर अनुराग। गुरु ग्रंथ साहब उदद बंदा कर अनुराग। वाहिगुरु जी का खालसा वाहिगुरु जी की फतेह। परम पूज्य पाक वाली कुल आलम हजूरे अनवर सरवरे कायनात ज्ञान के स्वरूप गुप्ता गद्दी ते विराजमान प्रतख सतगुरु साहिब श्री गुरु ग्रंथ साहब महाराज जी की पावन पुत्र बाहरगा सुभायमान सत्संगी जनों का प्रतिभागी हो तंता योग हो जिन्होंने साहिब श्री गुरु ग्रंथ साहब पातशाह जी की शरण प्राप्त हुई है। सामा के रात्रि के दीवाना की हाजरियां भर करके आप जी ने श्री रहरास साहब जी के जाप श्रवण किए। उपरंत आरती आरती का कीर्तन श्रवण करके मनुखा जन्म का जो असली मनोरथ है उसनूं पूरा किया है। अज का दिन अज का दिहाड़ा अथवा इस भागा समा सुभागा दिन एक भागा भरिया दिन एक विशेष दिन है। मेरी कहने को मुराद ये है कि अज के दिन सतगुरु गुरु अर्जन देव पातशाह महाराज जी ने साडी ते रहमत फरमाई।
ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਆਦਿ ਵੀਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ। ਸਤਿਗੁਰੂ ਜੀ ਦਾ ਇਹ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਚੇਚੇ ਤੌਰ ਤੇ ਵਿਸ਼ੇਸ਼ ਤੌਰ ਤੇ ਆਪਾਂ ਕੁਝ ਸਮੇਂ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਵਾਚਣ ਦਾ ਉਪਰਾਲਾ ਕਰਨਾ, ਯਤਨ ਕਰਨਾ, ਕੁਝ ਸਮੇਂ ਵਾਸਤੇ ਵਿਚਾਰ ਕਰਨਾ। ਸੋ ਜਿਸ ਵੇਲੇ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਇੱਕ ਉਹ ਸਮਾਂ ਸੀ ਜਿਸ ਸਮੇਂ ਵੱਡੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੋਸ਼ਟੀ ਚਰਚਾ ਸਿੱਧਾਂ ਦੇ ਨਾਲ ਹੋਈ। ਜੋ ਸਿੱਧਾਂ ਦੇ ਨਾਲ ਮੇਰੇ ਮਾਲਕ ਹਜ਼ੂਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਵਿਚਾਰ ਚਰਚਾ ਹੋਈ ਜਾਂ ਕੀਤੀ, ਉਸ ਪਾਵਨ ਬਾਣੀ ਦਾ ਨਾਮ, ਉਸ ਪਾਵਨ ਬਾਣੀ ਦਾ ਸਿਰਲੇਖ ਵੀ ਸਿੱਧ ਗੋਸ਼ਟ ਹੈ। ਆਪ ਸਿੱਧਾਂ ਨਾਲ ਚਰਚਾ ਕੀਤੀ ਔਰ ਸਿੱਧ ਲੋਕਾਂ ਦੀ ਜਿਹੜੀ ਭੌਤਿਕ ਸਾਧਨਾ ਸੀ, ਸਰੀਰਕ ਸਾਧਨਾ ਬੜੀ ਪ੍ਰਬਲ ਸੀ ਤੇ ਸਰੀਰਕ ਸਾਧਨਾ ਦੇ ਕਰਕੇ ਬਹੁਤ ਅਗਿਆਨੀ ਲੋਕ ਜਿਹੜੇ ਸੀ ਉਹਨਾਂ ਦੇ ਜਾ ਕੇ ਪੈਰਾਂ ਤੇ ਝੁਕਦੇ ਸੀ, ਮੱਥੇ ਟੇਕਦੇ ਸੀ। ਉਹ ਸਰੀਰ ਤੋਂ ਅੱਗੇ ਨਹੀਂ ਸੀ ਗਏ। ਸਰੀਰਕ ਸਾਧਨਾ ਔਰ ਸਰੀਰ ਤੱਕ ਸੀਮਤ ਹੋਣ ਕਰਕੇ ਉਹਨਾਂ ਨੇ ਸਰੀਰਕ ਸਾਧਨਾ ਕਰਕੇ ਆਪਣੀ ਉਮਰਾਂ ਬੜੀਆਂ ਲੰਬੀਆਂ ਕੀਤੀਆਂ ਹੋਈਆਂ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਹੁੰਚੇ ਤੇ ਉਮਰ ਵਡੇਰੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਇੱਕ ਛੋਟਾ ਜਿਹਾ ਬਾਲਕ ਜਾਣਿਆ ਕਿ ਇਹਦੀ ਉਮਰ ਛੋਟੀ ਹੈ। ਤੇ ਪਹਿਲਾ ਸਵਾਲ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਸਿੱਧਾਂ ਨੇ ਕੀਤਾ ਕਿ ਹੇ ਬਾਲੇ, ਇਹ ਬਾਲੇ ਤੋਂ ਭਾਵ ਇਹ ਬਾਲਕ, ਉਹ ਕਿਹੜੀ ਚੀਜ਼ ਹੈ, ਕਿਹੜੀ ਵਸਤੂ ਹੈ, ਉਹ ਕਿਹੜੀ ਤਾਕਤ ਹੈ, ਕਿਹੜੀ ਸ਼ਕਤੀ ਹੈ ਜਿਸ ਸ਼ਕਤੀ ਕਰਕੇ ਤੂੰ ਇੱਥੇ ਸਾਡੇ ਕੋਲ ਪਹੁੰਚ ਗਿਆ। ਇੱਥੇ ਤੱਕ ਤਾਂ ਕੋਈ ਪਹੁੰਚਦਾ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਫਰਮਾਇਆ ਕਿ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਕਹਿੰਦੇ ਅਸਾਂ ਨੇ ਪ੍ਰੇਮ ਸਹਿਤ ਹੋ ਕਰਕੇ ਰੱਬ ਦੀ ਇਬਾਦਤ ਕੀਤੀ ਕਿ ਰੱਬ ਦੇ ਸ਼ਕਤੀ ਤੇ ਰੱਬ ਦੇ ਸ਼ਬਦ ਆਸਰੇ ਉੱਤੇ ਪਹੁੰਚੇ। ਉਹ ਸ਼ਬਦ ਬ੍ਰਹਮ ਹੀ ਸੀ ਜਿਸ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਭਾਈ ਗੁਰਦਾਸ ਜੀ ਇਸ ਪ੍ਰਥਾ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ, ਕਿਉਂਕਿ ਅੱਜ ਪ੍ਰਕਾਸ਼ ਪੁਰਬ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਸੁਖਾਲਾ। ਇਹਦਾ ਜੋ ਗੁਰਮਤਿ ਗਾਢੀ ਰਾਹ ਸੀ ਨਾ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੀ ਵਾਰੀ ਸਿੱਧਾਂ ਨੂੰ ਦਿਖਾਇਆ ਕਿ ਸ਼ਬਦ ਕੀ ਹੈ, ਸ਼ਬਦ ਦੀ ਤਾਕਤ ਕੀ ਹੈ। ਤੇ ਸਿੱਧਾਂ ਨੇ ਜਦੋਂ ਇਹ ਬਚਨ ਸੁਣੇ ਨਾ ਹਜ਼ੂਰ ਦੇ, ਉਹਨਾਂ ਸੋਚਿਆ ਕਿ ਬਾਲਕ ਦੀ ਬੁੱਧੀ ਬੜੀ ਤੀਖਣ ਹੈ, ਕਿਵੇਂ ਦਰਸ਼ਨ ਦੇਵੇ ਇਹ ਬਾਲਾ। ਭਾਈ ਗੁਰਦਾਸ ਜੀ ਦੇ ਅਨੁਸਾਰ ਕਹਿਣ ਲੱਗੇ ਇਹ ਬਾਲਕ ਜਿਹੜਾ ਸਾਡਾ ਚੇਲਾ ਕਿਵੇਂ ਬਣੇਗਾ, ਇਹਨੂੰ ਚੇਲਾ ਬਣਾਉਣਾ ਚਾਹੀਦਾ ਹੈ। ਜੇ ਸਾਡਾ ਸੇਵਕ ਬਣ ਗਿਆ, ਸਾਡਾ ਚੇਲਾ ਬਣ ਗਿਆ ਤੇ ਸਾਡਾ ਜੋਗ ਮਤ ਬਹੁਤ ਵੱਧ ਜਾਏਗਾ। ਤੇ ਉਹਨਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧੇ ਤੌਰ ਤੇ ਸਵਾਲ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਜੀ ਕਮਣ ਗੁਰੂ ਜਿਸ ਕਾ ਤੂੰ ਚੇਲਾ।
कहने लगे बालक सानू एक गल दस। ठीक है तुझे गल कहना कि मैं इस तरीके का तुहाडे कोल पहुंच गया, पर यह गल दस कि तेरा गुरु कौन है ते तेरा तू चेला किसदा है। क्योंकि वो शरीर तक सीमित रहना चाहते सी कि यह शरीरक तौर पर साडा चेला साडा सेवक बनेगा, साडा पंथ बड़ा वध जाएगा। ते सतगुरु सच्चे पातशाह महाराज जी के वचन पढ़ते हैं, जो आप धन धन श्री गुरु ग्रंथ साहिब सच्चे पातशाह की बाणी नूं वाचते हैं, बाणी नूं पढ़ते हैं, ते बाणी सानूं शरीर तो बहुत अगे ले जाती है। हजूर पातशाह सिद्धा नूं कहण लगे, सिद्धो शब्द गुरु सुरत धुन चेला। कहते असं शरीर की गल नहीं करते, असं सुरत ते शब्द की करते हैं। शब्द ब्रह्म जिहड़ा ना वो साडा गुरु है, ते जिहड़ी साडी सुरत है ना वो शब्द की टिकाउणी है सुरत। असीं अपनी सुरत नूं ही चेला बनाया। बस निरपुत्र हो गए, सिद्धा हजूर नूं मत्था टेकना पिया। वो विचार मैं अज के दिहाड़े वाल आवां, क्योंकि जिसका सीधा सीधा संबंध है कि जेड़ा शब्द ब्रह्म है, जेड़ी गुरबाणी है, जो कह मंडे सोई पिंडा, जो खोजे सो पावै। जदों ये ब्रह्म बाणी एक ग्रंथ रूप में साडे कोल नहीं सी पहुंची, बाणी उस समय भी मौजूद सी। ईसाइयां ने खोज की थी, ईसाइयां की चाहत सी कि जो बाइबल की बाणी है वो सारी बाणी जिहड़ी, क्योंकि ब्रह्म बाणी है वो सारे ब्रह्मांड में गूंजती है, उसकी रिकॉर्डिंग की जाए। उन्हें इस तरह के जंतर बड़े बड़े फिट किए, आवाज़ जो वो ब्रह्म की वो कैच की जाए, पर ब्रह्मांड में रौला ही इन्ना कि असल आवाज़ में काबू न कर सके, वो ब्रह्म आवाज़ में पछाण ना सके। मेरे कहने का भाव यह है, जेड़ी ब्रह्म बाणी है, जो गुरबाणी है, ये अनादि है। पर सतगुरु गुरु अर्जन देव पातशाह साहब श्री गुरु नानक देव पातशाह महाराज जी ने, दसां ही गुरुआं ने, महापुरुषां भगतां ने साडे ते किरपा की। उन्हां दे द्वारा ये बाणी संसारी कल्याण वास्ते साडे तक आई, साडे तक पहुंची। गुरु नानक साहब सच्चे पातशाह महाराज जिस वेले भाई लालो जी ने वार्तालाप करते हैं ना, तो उस वार्तालाप में हजूर के पावन वचन ने, जैसी मैं आवे खसम की बाणी तैसरा करी बयान वे लालो। कहने लगे भाई लालो ये कुछ असीं अपने कोलों नहीं बोल रहे, ये तो तुर दरगाह तो ब्रह्म की विचार है, तो ब्रह्म का जिवें ऐलान हुंदा, जिवें हुक्म हुंदा, उवें उही असीं तुहानूं दसदे। जदों आपां जन्म साखियां पढ़दे हैं तो सच्चे पातशाह गुरु नानक साहब जी दुनिया की कल्याण वास्ते, दुनिया का जो विचरते दुनिया के विच ते अपने अगमी आलम विच हजूर आउंदे ने, ते बाबा मरदाना जी नाल चलदे ने। बाबा मरदाना दी उंगलां च बड़ी भारी करामात है, और रबाब दियां तारां ते अपना मुबारक हथ रखते हैं। तो जिस वेले हजूर पातशाह हुक्म करते ने, मरदानिया आ बैठ, असी हरी जस करिए, तू रबाब बजा, बाणी आई है, बाणी आउंदी है, बाणी तो मौजूद है, पर गुरु नानक साहब सच्चे पातशाह कहते मरदानिया रबाब बजा, बाणी आई है। मरदाना अपने मुबारक हत्थां नाल जदों रबाब विचों संगीत पैदा करता है, राग पैदा करता है,
ਔਰ ਰਾਗ ਦੇ ਵਿੱਚ ਜਿਸ ਵੇਲੇ ਬ੍ਰਹਮ ਬਾਣੀ ਪੈਂਦੀ, ਇਤਿਹਾਸਕ ਸਾਖੀ ਆਉਂਦੀ ਹੈ, ਇੱਕ ਕੋੜੀ ਹੈ ਦਪਾਲਪੁਰ ਨਗਰ ਦੇ ਰਹਿਣ ਵਾਲਾ, ਤੇ ਜਿਸ ਵੇਲੇ ਹਜ਼ੂਰ ਪਾਤਸ਼ਾਹ ਉਸ ਜਾਂਦੇ ਤੇ ਘਰ ਵਾਲੇ ਨਗਰ ਦੇ ਕਹਿੰਦੇ ਕਿ ਕੋਈ ਬਦਬੂ ਬੜੀ ਆਉਂਦੀ, ਇਹਦੀ ਛਪਰੀ ਪਿੰਡ ਤੋਂ ਬਾਹਰ ਪਾ ਦਿਆ। ਬਾਹਰ ਪਾ ਦਿੰਦੇ ਹੈ, ਕੋਈ ਪ੍ਰਸ਼ਾਦਾ ਦੇ ਗਿਆ ਨਾ ਦੇ ਗਿਆ, ਕੋੜੀ ਹੈ ਬੰਦਾ। ਤੇ ਜਿਸ ਵੇਲੇ ਹਜ਼ੂਰ ਪਾਤਸ਼ਾਹ ਵਿਚਰਦੇ ਆ ਨਾ ਉੱਥੋਂ ਦੀ, ਤੇ ਹਜ਼ੂਰ ਕਰਨਾ ਰਸ ਵਿੱਚ ਆ ਗਏ, ਕਹਿਣ ਲੱਗੇ ਮਰਦਾਨਿਆਂ ਇੱਥੇ ਕੋੜੀ ਹੈ, ਮੁਕਤ ਦਾ ਮਾਰਿਆ ਹੋਇਆ, ਕਰਮਾਂ ਦਾ ਫਲ ਭੋਗ ਰਿਹਾ, ਆ ਇਹਦਾ ਉਧਾਰ ਕਰੀਏ, ਇਹਦਾ ਰੋਗ ਦੂਰ ਕਰੀਏ। ਹਜ਼ੂਰ ਜਾ ਕਰਕੇ ਉਹ ਛਪੜੀ ਦੇ ਕੋਲ, ਝੁੱਗੀ ਦੇ ਕੋਲ ਬਾਹਰ ਬੈਠ ਗਏ ਤੇ ਇੱਕੋ ਅਲਫਾਜ਼ ਹਜ਼ੂਰ ਨੇ ਕਿਹਾ, ਭਾਈ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਤੇ ਉਸ ਵੇਲੇ ਬਾਬਾ ਮਰਦਾਨਾ ਜੀ ਨੇ ਆਪਣੇ ਮੁਬਾਰਕ ਹੱਥਾਂ ਵਿੱਚ ਰਬਾਬ ਲੈ ਕਰਕੇ ਆਪਣੀਆਂ ਪਾਵਨ ਉਂਗਲਾਂ ਜਿਸ ਵੇਲੇ ਰਬਾਬ ਦੀਆਂ ਤਾਰਾਂ ਉੱਪਰ ਰੱਖੀਆਂ, ਸੰਗੀਤ ਛੇੜਿਆ, ਤੇ ਉਸ ਵੇਲੇ ਰਾਗ ਉਤਪਨ ਹੋਇਆ, ਰਾਗ ਧਨਾਸਰੀ। ਜਦੋਂ ਰਾਗ ਧਨਾਸਰੀ ਦੀਆਂ ਸੁਰਾਂ ਅਲਾਪਣੀਆਂ ਬਾਬਾ ਮਰਦਾਨਾ ਜੀ ਨੇ ਆਰੰਭ ਕੀਤੀਆਂ, ਤੇ ਧੰਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਖਾਰ ਪਿੰਡ ਦੁਆਰਾ ਇਹ ਬਾਣੀ ਸਾਡੇ ਤੱਕ ਪਹੁੰਚ ਰਹੀ ਹੈ। ਹਜ਼ੂਰ ਆਪਣੀ ਮਖਾਰ ਪਿੰਡ ਰਚਨਾ ਤੋਂ ਪਾਵਨ ਬਾਣੀ ਜਿਹੜੀ ਆ ਰਹੀ ਹੈ ਉਹ ਉਚਾਰਨ ਕਰਦੇ ਨੇ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਿਵੇਂ ਜਿਵੇਂ ਮਰਦਾਨਾ ਧਨਾਸਰੀ ਰਾਗ ਨੂੰ ਗਾਇਨ ਕਰਦਾ ਹੈ, ਅਲਾਪਦਾ ਹੈ, ਬਾਬਾ ਉਸ ਰਾਗ ਵਿੱਚ ਰਾਗ ਸ਼ਬਦ ਪਾ ਕੇ ਉਸ ਬਾਣੀ ਨੂੰ ਗਾਵਣਾ ਕਰਦਾ ਹੈ। ਜਿਵੇਂ ਜਿਵੇਂ ਸ਼ਬਦ ਗਾਇਆ ਜਾਂਦਾ ਰਾਗ ਵਿੱਚ ਪਾ ਕੇ, ਜਿਵੇਂ ਜਿਵੇਂ ਉਸ ਸ਼ਬਦ ਦੀ ਆਵਾਜ਼, ਉਸ ਬ੍ਰਹਮ ਦੀ ਆਵਾਜ਼, ਉਸ ਰਾਗ ਦੀ ਆਵਾਜ਼ ਉਸ ਕੋੜੀ ਦੇ ਕੰਨਾਂ ਵਿੱਚ ਪੈਂਦੀ ਹੈ, ਹਜ਼ੂਰ ਦੀ ਕਿਰਪਾ ਹੁੰਦੀ, ਉਹਦਾ ਕੋੜਾ ਹਟਦਾ। ਇਹ ਤਾਂ ਉਹ ਬਾਣੀ ਹੈ। ਰਹੋ ਵਿਚਾਰ, ਇਹ ਧੁਰ ਕੀ ਬਾਣੀ ਆਉਂਦੀ ਹੈ, ਮਹਾਂਪੁਰਸ਼ਾਂ ਨੂੰ ਐਲਾਨ ਹੁੰਦੀ ਹੈ। ਇਤਿਹਾਸਕ ਜ਼ਿਕਰ ਹੈ, ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ, ਜਦੋਂ ਆਪਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਅਨਪੜ੍ਹ ਪੜ੍ਹੇ ਲਿਖੇ ਨਹੀਂ, ਪਤਾ ਨਹੀਂ ਚਾਰਦੇ, ਇੱਕ ਵਿਦਵਾਨ ਬੀਬੀ ਦੇ ਨਾਲ ਵਿਆਹ ਕਰਾ ਲਿਆ, ਉਹਦੀਆਂ ਬੱਕਰੀਆਂ ਚਾਰਦੇ, ਉਹਦੇ ਨਾਲ ਵਿਆਹ ਕਰਾ ਲਿਆ, ਬੜੀ ਵਿਦਵਾਨ ਸੀ, ਪੜ੍ਹੀ ਲਿਖੀ ਸੀ ਬੀਬੀ ਖਾਲਿਸਾ। ਤੇ ਜਿਸ ਵੇਲੇ ਮੁਹੰਮਦ ਸਾਹਿਬ ਨੂੰ ਕੁਰਾਨ ਅਲਾਮ ਹੋਈ, ਪਾਕ ਕੁਰਾਨ ਉਤਰੀ, ਕਿ ਉਹ ਕੁਰਾਨ ਦੀਆਂ ਆਇਤਾਂ ਜਿਹੜੀਆਂ ਆਪਣੇ ਮੁਖਾਤਬ ਤੋਂ ਉਚਾਰਨ ਕਰਦੇ ਨੇ, ਤੇ ਉਹਦੀ ਧਰਮ ਪਤਨੀ ਬੜੀ ਹੈਰਾਨ ਹੋਈ, ਕਹਿਣ ਲੱਗੀ ਅਨਪੜ੍ਹ ਬੰਦਾ ਬਾਣੀ ਬੜੀ ਉੱਚੀ ਕਹਿ ਰਿਹਾ। ਰਿਹਾ ਨਾ ਗਿਆ ਉਸ ਵਿਦਵਾਨ ਉਹਦੀ ਘਰ ਵਾਲੀ ਪਤਨੀ ਕੋਲ, ਕਹਿਣ ਲੱਗੀ ਜੀ ਇਹ ਜੋ ਤੁਸੀਂ ਬੋਲ ਰਹੇ ਹੋ, ਇਹ ਬੋਲ ਤੁਹਾਡੇ ਨਹੀਂ ਹਨ, ਕਿਉਂਕਿ ਤੁਸੀਂ ਬੜੀ ਉੱਚੀ ਗੱਲ ਕਰ ਰਹੇ ਹੋ, ਤੁਸੀਂ ਪੜ੍ਹੇ ਲਿਖੇ ਨਹੀਂ ਹੋ। ਤੇ ਮੁਹੰਮਦ ਸਾਹਿਬ ਕਹਿਣ ਲੱਗੇ ਹਾਂ ਖਾਲਿਸਾ ਇਹ ਮੇਰੇ ਬੋਲ ਨਹੀਂ ਹਨ। ਫਿਰ ਜੀ ਕਹਿਣ ਲੱਗੇ ਖੁਦਾ ਦੇ ਬੋਲ, ਇਹਨੂੰ ਕਹਿੰਦੇ ਬਰਾਬਰ ਬਾਣੀ। ਰਹੋ ਵਿਚਾਰ, ਇਸੇ ਪ੍ਰਕਾਰ ਸਮੇਂ ਸਮੇਂ ਅਨੁਸਾਰ ਗੁਰੂ ਸਾਹਿਬਾਨ ਮਹਾਂਪੁਰਸ਼ਾਂ ਨੂੰ, ਸਿੱਖਾਂ ਨੂੰ ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋਇਆ, ਇਹ ਬ੍ਰਹਮ ਬਾਣੀ ਆਈ। ਜਿਸ ਬ੍ਰਹਮ ਬਾਣੀ ਬਾਰੇ ਬਾਬਾ ਕਬੀਰ ਜੀ ਕਥਨ ਕਰਦੇ ਨੇ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਹਿਣ ਲੱਗੇ ਦੁਨੀਆ ਦੇ ਭਾਣੇ ਹੋਵੇਗਾ ਕਿ ਕਵਿਤਾ ਇੱਕ ਗੀਤ ਹੈ, ਕਹਿਣ ਲੱਗੇ ਨਹੀਂ ਨਹੀਂ, ਇਹ ਬ੍ਰਹਮ ਵਿਚਾਰ ਹੈ। तो ਇਹ ਹਜ਼ੂਰ ਪਾਤਸ਼ਾਹ ਮਹਾਰਾਜ ਗੁਰੂ ਸਾਹਿਬਾਨ ਮਹਾਂਪੁਰਸ਼ਾਂ ਨੂੰ ਬਾਣੀ ਅਲਾਪ ਹੋਈ। ਤੇ ਇਤਿਹਾਸਕ ਜ਼ਿਕਰ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪਣੇ ਕੋਲ ਇੱਕ ਪੁਸਤਕ ਰੱਖਦੇ ਨੇ, ਅਥਵਾ ਜਦੋਂ ਜਦੋਂ ਵੀ ਜਿੱਥੇ ਜਿੱਥੇ ਬਾਣੀ ਅਲਾਪ ਹੁੰਦੀ ਹੈ ਉਸ ਬਾਣੀ ਨੂੰ ਲਿਖਿਆ ਜਾਂਦਾ ਹੈ, ਉਹਨੂੰ ਲਿਖਤ ਰੂਪ ਦਿੱਤਾ ਜਾਂਦਾ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਗੁਰਤਾ ਗੱਦੀ ਬਾਬਾ ਲਹਿਣਾ ਜੀ ਨੂੰ ਦਿੱਤੀ, ਮੱਥਾ ਟੇਕਿਆ ਤੇ ਨਾਲ ਉਹ ਬਾਣੀ ਦੀ ਪੋਥੀ ਸੌਂਪ ਦਿੱਤੀ। ਇਸ ਪ੍ਰਕਾਰ ਜਿੰਨੀ ਵੀ ਬਾਣੀ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਵਿਚਰੇ, ਜਿਨ੍ਹਾਂ ਮਹਾਂਪੁਰਸ਼ਾਂ ਨਾਲ ਗੋਸ਼ਟੀ ਹੋਈ, ਜਿਹੜੀ ਬ੍ਰਹਮ ਬਾਣੀ ਸੀ, ਬ੍ਰਹਮ ਬਾਣੀ ਤੋਂ ਭਾਵ ਸੀ ਕਿ ਤਿੰਨਾਂ ਗੁਣਾਂ ਤੋਂ ਉੱਚੇ ਉੱਠੇ ਤੁਰੀਆ ਪਦ ਵਿੱਚ ਪਹੁੰਚੇ ਹੋਏ ਮਹਾਂਪੁਰਸ਼ਾਂ ਦੇ ਜੋ ਬੋਲ ਸਨ, ਉਹ ਹਜ਼ੂਰ ਪਾਤਸ਼ਾਹ ਨੇ ਸੰਭਾਲਣਾ ਕੀਤੇ। ਤੇ ਇਸ ਤਰ੍ਹਾਂ ਇਹ ਸਮੁੱਚੀ ਬਾਣੀ ਜਿਹੜੀ ਸੀ ਗੁਰੂ ਸਾਹਿਬਾਨ ਦੇ ਕੋਲ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਪਰ ਇੱਕ ਸਮਾਂ ਆਇਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਵੇਲੇ ਬਾਬਾ ਪਿਛਿਆ ਹੀ ਗੁਰੂ ਘਰ ਦਾ ਦੁਖੀ ਬਣ ਗਿਆ ਤੇ ਸਮੇਂ ਨੇ ਕਰਵਟ ਬਦਲੀ। ਬਾਬਾ ਪਿਛਿਆ ਜਿਹੜਾ ਸੀ ਤੇ ਬਾਬਾ ਪਿਛੀਏ ਦਾ ਜਿਹੜਾ ਪੁੱਤਰ ਸੀ ਮਿਹਰਬਾਨ, ਉਹ ਕਵੀਸ਼ਰੀ ਕਰਨ ਲੱਗਾ। ਕਵੀਆਂ ਨੇ ਬਾਣੀ ਨਹੀਂ ਕਿਹਾ, ਕਹਿਣ ਲੱਗੇ ਉਹ ਕਵੀਸ਼ਰੀ ਗਾਉਂਦਾ ਹੈ, ਉਹ ਕਵਿਤਾ ਗਾਉਂਦਾ ਹੈ। ਤੇ ਕਵਿਤਾ ਵਿੱਚ ਕਰਦਾ ਕੀ ਹੈ? ਕਵਿਤਾ ਆਪਣੀ ਹੈ ਤੇ ਮੋਹਰ ਛਾਪ ਨਾਨਕ ਦੀ ਲਾਉਂਦਾ ਹੈ। ਇੱਕ ਦਿਨ ਕੋਈ ਰਾਗੀ ਸਾਹਿਬਾਨ ਉਹ ਮਿਹਰਬਾਨ ਦੀ ਉਚਾਰਨ ਕੀਤੀ ਹੋਈ ਕਵਿਤਾ ਗਾਇਨ ਕਰਦਾ ਹੈ ਤੇ ਉਸ ਕਵਿਤਾ ਦੇ ਬੋਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਕੰਨਾਂ ਵਿੱਚ ਪਹੁੰਚਦੇ ਹੈ ਤੇ ਹਜ਼ੂਰ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਬੁਲਾਉਂਦੇ ਨੇ, ਕਹਿਣ ਲੱਗੇ ਮਾਮਾ ਜੀ ਮੀਣੇ ਧੁਰ ਕੀ ਬਾਣੀ ਵਿੱਚ ਵਲਗੱਡ ਕਰਨਾ ਚਾਹੁੰਦੇ ਨੇ, ਇਸ ਵਾਸਤੇ ਸਾਨੂੰ ਬਾਣੀ ਦੀ ਧੁਰ ਕੀ ਬਾਣੀ ਹੈ ਉਹਨੂੰ ਅਲੱਗ ਕਰਨਾ ਚਾਹੀਦਾ, ਉਹਨੂੰ ਇੱਕ ਸੰਚੇ ਵਿੱਚ ਇੱਕ ਬੀੜ ਬਣਾਉਣੀ ਚਾਹੀਦੀ। ਔਰ ਇਸ ਪਾਵਨ ਬੀੜ ਨੂੰ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ 1588 ਵਿੱਚ ਹਰਮੰਦਰ ਸਾਹਿਬ ਦੀ ਇਮਾਰਤ ਤਿਆਰ ਕੀਤੀ ਗਈ ਹੈ, ਇਮਾਰਤ ਤਾਮੀਰ ਕੀਤੀ ਗਈ ਹੈ, ਕਿਉਂਕਿ ਉਸ ਤਾਮੀਰ ਇਮਾਰਤ ਦੇ ਵਿੱਚ ਇਸ ਬ੍ਰਹਮ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੁਪਰਦ ਕਰਨਾ। ਇਧਰ ਹਰਮੰਦਰ ਸਾਹਿਬ ਦੀ ਇਮਾਰਤ ਤਿਆਰ ਹੋਈ। ਬਾਬਾ ਬੁੱਢਾ ਜੀ ਬੀੜ ਸਾਹਿਬ ਦੀ ਸੇਵਾ, ਚਪਾਲ ਦੀ ਸੇਵਾ, ਜਿਸ ਨੂੰ ਆਪਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਕਹਿੰਦੇ ਆ, ਉਸ ਸਥਾਨ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸੌਂਪੀ ਹੋਈ ਸੀ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਬੁਲਾਉਣਾ ਕੀਤਾ। ਹਜ਼ੂਰ ਨੇ ਆਗਿਆ ਕੀਤੀ, ਬਾਬਾ ਜੀ ਤੁਸੀਂ ਸਿਆਣੇ ਹੋ, ਪੰਥ ਵਿੱਚ ਤੁਹਾਡਾ ਬੜਾ ਨਾਮ ਹੈ, ਤੁਸੀਂ ਬ੍ਰਹਮ ਗਿਆਨ ਦੇ ਸਹਿਤ ਹੋ, ਅਸਾਂ ਨੇ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਨਾ ਹੈ ਤੇ ਜਿਸ ਸਥਾਨ ਤੇ ਹਰਮੰਦਰ ਸਾਹਿਬ ਵਿਖੇ ਬੈਠ ਕਰਕੇ ਅਸੀਂ ਸੰਗਤਾਂ ਨੂੰ ਉਪਦੇਸ਼ ਕਰਦੇ ਹਾਂ, ਇਸ ਸਥਾਨ ਤੇ ਉਹਨੇ ਦਿਨ ਤੁਸੀਂ ਰਹਿ ਕੇ ਪ੍ਰਚਾਰ ਕਰਨਾ। ਹਰਮੰਦਰ ਸਾਹਿਬ ਦੀ ਇਮਾਰਤ ਅਮੀਰ ਹੋ ਗਈ ਹੈ, ਉੱਥੇ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪ ਉੱਥੇ ਸਿੰਘਾਸਨ ਤੇ ਬੈਠਦੇ ਨੇ, ਸੰਗਤਾਂ ਨੂੰ ਉਪਦੇਸ਼ ਕਰਦੇ ਨੇ। ਪਰ ਅੱਜ ਬਾਬਾ ਬੁੱਢਾ ਜੀ ਦੀ ਡਿਊਟੀ ਲਾ ਦਿੱਤੀ ਹੈ ਕਿ ਸਾਡੀ ਜਗ੍ਹਾ ਤੇ ਬਾਬਾ ਜੀ ਇਹ ਸੇਵਾ ਪ੍ਰਚਾਰ ਦੀ ਤੁਸਾਂ ਨਿਭਾਉਣੀ ਹੈ ਤੇ ਅਸੀਂ ਆਕਾਂਤ ਵਿੱਚ ਰਹਿ ਕਰਕੇ ਸਮੁੱਚੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਨੀ ਤੇ ਇਸ ਬਾਣੀ ਨੂੰ ਇਕੱਤਰ ਤੇ ਇੱਕ ਜਗ੍ਹਾ ਤੇ ਸੰਪੂਰਨ ਬੀੜ ਤਿਆਰ ਕਰਨ ਵਾਸਤੇ ਜਗ੍ਹਾ ਚੁਣੀ ਹੈ ਰਾਮਸਰ ਸਰੋਵਰ ਵਾਲਾ ਸਥਾਨ। ਉਸ ਜਗ੍ਹਾ ਨੂੰ ਚੁਣਿਆ ਕਿਉਂਕਿ ਰਮਣੀਕ ਜਗ੍ਹਾ ਹੈ ਤੇ ਭਾਈ ਗੁਰਦਾਸ ਜੀ ਨੂੰ ਹਜ਼ੂਰ ਪਾਤਸ਼ਾਹ ਨੇ ਲਿਆ ਨਾਲ ਕੁਝ ਸਹਾਇਕ ਸਿੱਖ ਲਏ ਤੇ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਆਪਣਾ ਅਨੰਨ ਸੇਵਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਮਾਨਕ ਨਗਰ ਤੋਂ ਬੁਲਾਉਣਾ ਕੀਤਾ ਹੈ, ਜਿਸ ਦਾ ਨਾਮ ਹੈ ਭਾਈ ਬੰਨੋ। ਭਾਈ ਬੰਨੋ ਜੀ ਨੂੰ ਬੁਲਾਇਆ, ਉਹਨਾਂ ਨੇ ਇਹ ਸੇਵਾ ਨਿਭਾਈ। ਜਿੰਨੀ ਸ਼ਾਹੀ ਤਿਆਰ ਕਰਨੀ, ਜਿੰਨੀਆਂ ਕਲਮਾਂ ਲਿਖਣ ਵਾਸਤੇ ਤਿਆਰ ਕਰਨੀਆਂ, ਇਹ ਸਾਰੀ ਦੀ ਸਾਰੀ ਸੇਵਾ ਭਾਈ ਬੰਨੋ ਜੀ ਨਿਭਾਉਂਦੇ ਨੇ। ਭਾਈ ਗੁਰਦਾਸ ਜੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਜਿੰਨੀ ਵੀ ਸਮੁੱਚੀ ਬਾਣੀ ਹੈ, ਜਿਵੇਂ ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਲਿਖਾਉਂਦੇ ਨੇ, ਹਦਾਇਤ ਕਰਦੇ ਨੇ, ਜਿਵੇਂ ਜਿਵੇਂ ਤਰਤੀਬ ਦੱਸਦੇ ਨੇ, ਉਸੇ ਪ੍ਰਕਾਰ ਭਾਈ ਗੁਰਦਾਸ ਜੀ ਬਾਣੀ ਨੂੰ ਆਪਣੇ ਮੁਬਾਰਕ ਹੱਥਾਂ ਨਾਲ ਲਿਖਦੇ ਨੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤਰਤੀਬ ਦੇ ਸਹਿਤ ਇਸ ਬਾਣੀ ਨੂੰ ਲਿਖਾਉਣਾ ਕਰਦੇ।
1601 ਨੂੰ ਇਸ ਪਾਵਨ ਬਾਣੀ ਦੀ ਲਿਖਣ ਦੀ ਗਮਤਾ ਕਰਨੀ ਕੀਤੀ ਹੈ। ਅਗਸਤ ਦੇ ਮਹੀਨੇ 1604 ਤੱਕ ਇਹ ਸੇਵਾ ਚੱਲਦੀ ਰਹੀ। ਜਿੰਨੀ ਬਾਣੀ ਮਹਾਂਪੁਰਸ਼ਾਂ ਦੀ ਭਗਤਾਂ ਦੀ ਹਜ਼ੂਰ ਦੇ ਕੋਲ ਆਈ, ਉਹ ਸਾਰੀ ਦੀ ਸਾਰੀ ਬਾਣੀ ਜੋ ਗੁਰਮਤਿ ਆਸੇ ਅਨੁਸਾਰ ਸੀ, ਉਹ ਲਿਖਾਉਣਾ ਕੀਤੀ ਲਾਹੌਰ ਦੇ 4 ਭਗਤ, ਜਿਨ੍ਹਾਂ ਦੀ ਸਰਕਾਰੇ ਦੇ ਬਾਰੇ ਬੜੀ ਪਹੁੰਚ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਹਜ਼ੂਰ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਪਹੁੰਚੇ ਆਏ, ਹਜ਼ੂਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜਾ ਮਾਣ ਸਤਿਕਾਰ ਕੀਤਾ। ਕਹਿੰਦੇ ਆਓ ਭਗਤ ਜੀ, ਭਗਤ ਕਾਨਾ ਜੀ, ਸਾਹ ਸੈਨ, ਪੀਲੂ ਜੀ, ਸਿੱਧੂ ਜੀ, 4 ਆਏ। ਪਰ ਦੁਨੀਆ ਦੀ ਨਿਗਾਹ ਵਿੱਚ ਇਹ ਭਗਤ ਜ਼ਰੂਰ ਸਨ, ਪਰ ਹਾਲੇ ਇਹਨਾਂ ਦੀ ਤੁਰਿਆ ਪਦ ਨਹੀਂ ਸੀ ਪ੍ਰਾਪਤ ਹੋਇਆ, ਉਨਮਨੀ ਅਵਸਥਾ ਇਹਨਾਂ ਨੂੰ ਪ੍ਰਾਪਤ ਨਹੀਂ ਸੀ ਹੋਈ। ਤ੍ਰੈ ਗੁਣੀ ਮਾਇਆ ਵਿੱਚ ਵਿਚਰਦੇ ਤੇ ਤ੍ਰੈ ਗੁਣੀ ਮਾਇਆ ਦੇ ਵਿੱਚ ਹੀ ਇਹਨਾਂ ਦੇ ਅਜੇ ਬੋਲ ਸਨ, ਬ੍ਰਹਮ ਬੋਲ ਇਹਨਾਂ ਦੇ ਨਹੀਂ ਸਨ। ਤੇ ਜਦੋਂ ਹਜ਼ੂਰ ਦੇ ਕੋਲ ਆਏ, ਹਜ਼ੂਰ ਨੂੰ ਕਹਿਣ ਲੱਗੇ ਕਿ ਦੇਖੋ, ਜਿਹੜੇ ਭਗਤ ਰਹੇ ਨੇ, ਭਾਵ ਸਰੀਰ ਕਰਕੇ ਨਹੀਂ ਹੈ ਇੱਥੇ, ਉਹ ਬੋਲ ਮੈਂ ਕਹਿ ਨਹੀਂ ਸਕਦਾ। ਇਸ ਪ੍ਰਕਾਰ ਕਹਿਣ ਜਿਹੜੇ ਸਰੀਰ ਕਰਕੇ ਭਗਤ ਇੱਥੇ ਨਹੀਂ ਹੈ, ਉਹਨਾਂ ਦੀ ਬਾਣੀ ਗ੍ਰੰਥ ਵਿੱਚ ਦਰਜ ਕਰ ਰਹੇ ਹੋ, ਅਸੀਂ ਜਿੰਦੇ ਜਾ ਕੇ ਸਾਡੀ ਬਾਣੀ ਕੋਈ ਦਰਜ ਕਰਦੇ। ਸਾਹਿਬ ਕਹਿਣ ਲੱਗੇ ਭਗਤ ਜੀ, ਮੁਬਾਰਕ ਜੀ ਆਇਆਂ ਨੂੰ, ਤੁਸੀਂ ਆਏ ਹੋ, ਪਰ ਇਹ ਸਮੁੱਚੀ ਬਾਣੀ ਜਿਹੜੀ ਇਹ ਬ੍ਰਹਮ ਦੇ ਬੋਲ ਹੈ, ਜੇ ਤੁਹਾਡੇ ਅੰਦਰੋਂ ਬ੍ਰਹਮ ਦੇ ਬੋਲ ਪ੍ਰਗਟ ਹੋਣਗੇ ਤੇ ਜ਼ਰੂਰ ਦਰਜ ਕੀਤੇ ਜਾਣ। ਸੁਣਾਓ ਆਪਣੀ ਬਾਣੀ। ਭਗਤ ਕਾਨਾ ਜੀ ਆਕੜਿਆ ਹੋਇਆ ਆਪਣੀ ਬਾਣੀ, ਜੋ ਇੱਕ ਕਵਿਤਾ ਰੂਪ ਸੀ, ਬ੍ਰਹਮ ਬੋਲ ਨਹੀਂ ਸੀ। ਸੌਣ ਲੱਗਾ ਕਹਿਣ ਲੱਗਾ ਉਹ ਹੀਰੇ ਮੈਂ ਉਹ ਹੀਰੇ। ਸਾਹਿਬ ਕਹਿੰਦੇ ਦਰਜ ਨਹੀਂ ਹੋ ਸਕਦੇ। ਵਿੱਚੋਂ ਸਾਹਿਬਾਂ ਨੇ ਰੋਕਤਾ, ਕਹਿਣ ਲੱਗੇ ਭਾਈ ਭਗਤ ਕਾਨਾ ਜੀ, ਇਹ ਬੋਲ ਨਹੀਂ ਹੋ ਸਕਦੇ, ਕਿਉਂਕਿ ਇਹਦਾ ਅਰਥ ਕੀ ਹੈ? ਭਗਤ ਕਾਨਾ ਕਹਿਣ ਲੱਗਾ ਬਸ ਮੈਂ ਹੀ ਬ੍ਰਹਮ ਹੈ, ਮੈਂ ਹੀ ਬ੍ਰਹਮ ਹੈ, ਮੇਰੇ ਤੋਂ ਬਿਨਾਂ ਬ੍ਰਹਮ ਨਹੀਂ, ਰੱਬ ਬਣ ਕੇ ਬੈਠ ਗਿਆ। ਹਜ਼ੂਰ ਪਾਤਸ਼ਾਹ ਕਹਿਣ ਲੱਗੇ ਇਸ ਗ੍ਰੰਥ ਵਿੱਚ ਉਹਨਾਂ ਦੀ ਬਾਣੀ ਦਰਜ ਹੋਣੀ ਹੈ ਜਿਨ੍ਹਾਂ ਦੇ ਬੋਲ ਨੇ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਬ ਦੇਖੋ ਤੱਕ ਤੂੰ। ਇਸ ਗ੍ਰੰਥ ਵਿੱਚ ਤਾਂ ਉਹਨਾਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੋਣੀ ਹੈ ਜਿਨ੍ਹਾਂ ਦੇ ਬੋਲ ਨੇ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਹਿੰਦੇ ਕਿ ਤਾਂ ਘਾਵਨਾ ਭਰੀ ਹੋਈ ਬਾਣੀ ਹੈ, ਇਹ ਦਰਜ ਨਹੀਂ ਹੋ ਸਕਦੀ। ਇਸੇ ਤਰ੍ਹਾਂ ਪੀਲੂ ਆਇਆ, ਪੀਲੂ ਨੇ ਇਸਤਰੀ ਦੀ ਨਿੰਦਾ ਕਰ ਦਿੱਤੀ, ਕਹਿਣ ਲੱਗਾ ਕਾਗਦ ਸੰਧੀ ਤ੍ਰਿਆ ਤਾਂ ਕਿ ਨਾ ਨਹਾਰ। ਕਹਿਣ ਲੱਗਾ ਭਾਵੇਂ ਔਰਤ ਕਹਿੰਦੇ ਕਾਗਜ਼ ਦੀ ਬਣੀ ਹੋਵੇ ਨਾ, ਕੋਈ ਦਰਸ਼ਨ ਨਹੀਂ ਕਰਨੇ ਚਾਹੀਦੇ ਬੰਦੇ। ਸਾਹਿਬ ਕਹਿਣ ਲੱਗੇ ਨਹੀਂ ਨਹੀਂ, ਸਾਡੇ ਵੱਡੇ ਸਤਿਗੁਰਾਂ ਨੇ ਨਵਾਜਿਆ ਇਸਤਰੀਆਂ ਨੂੰ, ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾ। ਤੁਸੀਂ ਤਾਂ ਇਸਤਰੀਆਂ ਦੀ ਨਿੰਦਾ ਕਰਨ ਲੱਗ ਪਏ ਹੋ। ਸਾਹਿਬ ਕਹਿਣ ਲੱਗੇ ਗੁਰੂ ਅਰਜਨ ਦੇਵ ਕਹਿਣ ਲੱਗੇ ਪੀਲੂ ਜੰਮਿਆ ਕਿੱਥੋਂ ਆ? ਜੇ ਇਸਤਰੀ ਦੇ ਬਾਰੇ ਇਹ ਗੱਲ ਕਰੇ ਉਹਦੀ ਕੁੱਖ ਤੋਂ ਜਨਮ ਲਿਆ ਕਿ ਅਸਮਾਨ ਤੋਂ ਡਿੱਗਾ ਤੂੰ, ਜਾਂ ਕੋਈ ਹੋਰ ਤਰੀਕਾ ਸੀ? ਚੁੱਪ ਕਰ ਗਿਆ। ਰੋਹ ਵਿਚਾਰ ਸਮਾਂ ਸਮਾਪਤ ਹੋ ਰਿਹਾ। ਇਸੇ ਤਰ੍ਹਾਂ ਸਾਹ ਸਹਿਬ ਆਇਆ, ਜਦੋਂ ਇਹਨਾਂ ਤਿੰਨਾਂ ਦੀ ਬਾਣੀ ਸੁਣੀ ਕਹਿਣ ਲੱਗੇ ਤਿੰਨਾਂ ਨੂੰ ਰਿਜੈਕਟ ਕਰ ਦਿੱਤਾ। ਕਹਿਣ ਲੱਗਾ ਆਪਾਂ ਕੋਈ ਐਸੀ ਦੀ ਗੱਲ ਕਰਨੀ ਨਹੀਂ, ਸਾਡੀ ਬਾਣੀ ਜਿਹੜੀ ਦਰਜ ਹੋ ਹੀ ਜਾਵੇਗੀ। ਕਹਿਣ ਲੱਗੇ ਫਿਰ ਮੇਰੇ ਕੋਲ ਸੁਣ ਲਓ, ਮੇਰੀ ਬਾਣੀ ਦਰਜ ਕਰ ਲਓ ਸਾਹ ਸਹਿਬ ਨੂੰ। ਕਹਿਣ ਲੱਗੇ ਸੁਣਾ ਮਾਰੇ, ਕਹਿਣ ਲੱਗੇ ਸੁਣਾ। ਕਹਿਣ ਲੱਗੇ ਚੁੱਪ ਵੇੜਿਆ ਚੁੱਪ ਵੇੜਿਆ। ਕਹਿਣ ਲੱਗੇ ਰਹਿਣ ਦੇ ਇੱਥੇ ਹੀ ਧੱਕਿਆ ਹੋ, ਤੇਰੀ ਬਾਣੀ ਵੀ ਦਰਜ ਨਹੀਂ ਹੋ ਸਕਦੀ। ਜਦੋਂ ਦੁਨੀਆ ਤੇ ਪਾਪ ਵੱਧ ਜਾਣ, ਇੱਕ ਮਹਾਂਪੁਰਸ਼ ਬ੍ਰਹਮ ਗਿਆਨੀ ਬੋਲੇ ਨਾ, ਉਹਦਾ ਬ੍ਰਹਮ ਗਿਆਨ ਕੀ ਕਰੇਗਾ? ਸੱਚੇ ਪਾਤਸ਼ਾਹ ਕਹਿੰਦੇ ਸਾਜ ਹੈ ਨਾ, ਵੱਡੇ ਸਤਿਗੁਰਾਂ ਨੇ ਜਦੋਂ ਸਮਾਂ ਐਸਾ ਆਇਆ ਸੀ ਤੇ ਬਾਬਰ ਨੂੰ ਜਾਬਰ ਤੇ ਉਹਦੇ ਸਿਪਾਹੀਆਂ ਨੂੰ ਕੁੱਤੇ ਕਹਿ ਦਿੱਤਾ ਸੀ। ਚੁੱਪ ਨਹੀਂ ਸੀ ਰਹੇ ਸੱਚੇ ਪਾਤਸ਼ਾਹ। ਇਸ ਵਾਲੇ ਚੁੱਪ ਰਹਿਣ ਵਾਲਿਆਂ ਦੀ ਬਾਣੀ ਨੂੰ ਦਰਜ ਨਹੀਂ ਹੋ ਸਕਦੀ। ਰਹੋ ਵਿਚਾਰ। ਮੇਰੇ ਕਹਿਣ ਦਾ ਭਾਵ ਹੈ ਕਿ ਜੋ ਚੌਥੀ ਅਵਸਥਾ ਵਿੱਚ ਪਹੁੰਚੇ ਹੋਏ ਸਨ, 11 ਭੱਟ, 15 ਭਗਤ ਸਾਹਿਬਾਨ, 3 ਅਥਵਾ 4 ਗੁਰੂ ਕੇ ਸਿੱਖ ਤੇ ਗੁਰੂ ਸਾਹਿਬਾਨ,
ਜਿਹੜੇ ਆਪ ਹੀ ਬ੍ਰਹਮ ਦੇ ਸਰਵਣ ਸਰੂਪ ਨੇ, ਉਹਨਾਂ ਦੀ ਸਮੁੱਚੀ ਬਾਣੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਾਇਆ। ਭਾਈ ਗੁਰਦਾਸ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਉਸ ਬਾਣੀ ਨੂੰ ਲਿਖਿਆ। ਇਹ ਆਦ ਬੀੜ ਗ੍ਰੰਥ ਤਿਆਰ ਹੋਈ। ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੀ ਸ਼ਕਲ ਵਿੱਚ ਇਸ ਪਾਵਨ ਬੀੜ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਮੁਬਾਰਕ ਸੀਸ ਤੇ ਰੱਖਣਾ ਕੀਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਬਾਰਕ ਹਸਤ ਕਮਲਾਂ ਨਾਲ ਇਸ ਪਾਵਨ ਆਦ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਕੀਤਾ ਤੇ ਰਾਮਸਰ ਸਾਹਿਬ ਵਾਲੇ ਸਥਾਨ ਤੋਂ ਬੜੇ ਸਤਿਕਾਰ ਤੇ ਨਗਰ ਕੀਰਤਨ ਦੀ ਸ਼ਕਲ ਵਿੱਚ ਇਸ ਪਾਵਨ ਬੀੜ ਨੂੰ ਹਰਿਮੰਦਰ ਸਾਹਿਬ ਲਿਜਾਇਆ ਗਿਆ। ਦੁੱਖ ਭੰਜਨੀ ਬੇਰੀ ਦੇ ਨਾਲ ਦਾ ਜੋ ਸਥਾਨ ਹੈ, ਜਿਸ ਨੂੰ ਆਪਾਂ ਕਹਿੰਦੇ 68 ਘਾਟ, ਉਸ ਸਥਾਨ ਤੇ ਪਾਵਨ ਬੀੜ ਨੂੰ ਜਾ ਕਰਕੇ ਰੱਖਣਾ ਕੀਤਾ। ਭਾਵ ਰਾਤ ਦੇ ਸਮੇਂ ਉਸ ਬੀੜ ਨੂੰ ਉੱਥੇ ਸੁਖਾਸਨ ਕਰਕੇ ਰੱਖਣਾ ਕੀਤਾ ਤੇ ਸਾਰੀ ਰਾਤ ਰੈਣ ਸਬਾਈ ਕੀਰਤਨ ਉੱਥੇ ਹੋਇਆ 68 ਘਾਟ ਤੇ। ਅੰਮ੍ਰਿਤ ਵੇਲੇ ਉਸ ਪਾਵਨ ਬੀੜ ਨੂੰ ਫੇਰ ਅਤ ਸਤਿਕਾਰ ਸਹਿਤ ਜੋ ਇਮਾਰਤ ਤਾਮੀਰ ਕੀਤੀ ਗਈ ਸੀ ਹਰਿਮੰਦਰ ਸਾਹਿਬ, ਜਿਸ ਦੇ ਸਾਹਿਬਾਂ ਨੇ 4 ਦਰਵਾਜ਼ੇ ਰੱਖੇ, ਉਸ ਪਾਵਨ ਤਾਮੀਰ ਇਮਾਰਤ ਹਰਿਮੰਦਰ ਸਾਹਿਬ ਦੇ ਅੰਦਰ ਇਸ ਪਾਵਨ ਬੀੜ ਦਾ ਪ੍ਰਕਾਸ਼ 2 ਸਤੰਬਰ 1604 ਭਾਦੋ ਸੁਦੀ ਏਕਮ ਨੂੰ ਹਜੂਰ ਨੇ ਕਰਾਇਆ। ਬਾਬਾ ਬੁੱਢਾ ਜੀ ਨੂੰ ਆਦ ਬੀੜ ਦੀ ਤਾਬਿਆ ਬਿਠਾਉਣਾ ਕੀਤਾ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਜੀ ਆਪ ਹਜੂਰ ਆਦ ਬੀੜ ਦੀ ਤਾਬਿਆ ਬੈਠੋ ਤੇ ਆਪ ਆਵਾਜ਼ਾਂ ਲਓ। ਆਵਾਜ਼ਾਂ ਲੈਣ ਤੋਂ ਭਾਵ ਸੀ, ਬਾਬਾ ਬੁੱਢਾ ਜੀ ਆਦ ਗ੍ਰੰਥ ਜੀ ਨੂੰ ਖੋਲੋ ਤੇ ਇਸ ਪਾਵਨ ਆਦ ਗ੍ਰੰਥ ਦੇ ਵਿੱਚੋਂ ਹੁਕਮਨਾਮਾ ਫਰਮਾਉਣਾ ਕਰੋ। ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕਰਕੇ ਆਦ ਬੀੜ ਦਾ ਪਾਵਨ ਪ੍ਰਕਾਸ਼ ਕੀਤਾ ਗਿਆ। ਪ੍ਰਕਾਸ਼ ਕਰਕੇ ਜਿਸ ਵੇਲੇ ਬਾਬਾ ਬੁੱਢਾ ਜੀ ਨੇ ਪਾਵਨ ਬੀੜ ਨੂੰ ਖੋਲਿਆ ਤੇ ਪਾਵਨ ਪਹਿਲਾ ਹੁਕਮਨਾਮਾ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮਾਨੋ ਉਸ ਆਕਾਰ ਪੁਰਖ ਨੇ ਕਿਰਪਾ ਕੀਤੀ ਕਿ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ 1588 ਵਿੱਚ ਹਰਿਮੰਦਰ ਸਾਹਿਬ ਦੀ ਇਮਾਰਤ ਤਾਮੀਰ ਕੀਤੀ ਸੀ, ਇਹ ਸਾਰੀ ਦੀ ਸਾਰੀ ਸੇਵਾ। ਤੇ ਇਸੇ ਤਰ੍ਹਾਂ ਫਿਰ 1601 ਤੋਂ ਲੈ ਕਰਕੇ 1604 ਤੱਕ ਜੋ ਆਦ ਬੀੜ ਨੂੰ ਤਿਆਰ ਕਰਨ ਵਿੱਚ ਸੇਵਾ ਨਿਭਾਉਣਾ ਕੀਤੀ ਸੀ, ਹਜੂਰ ਨੇ ਜਾਣਿਆ ਇਹ ਸਾਰਾ ਕਾਰਜ ਜਿਹੜਾ ਹੈ ਨਾ ਆਪਣੇ ਪਿਆਰਿਆਂ ਦੀ, ਆਪਣੇ ਭਗਤਾਂ ਦੀ ਪੈਜ ਰੱਖਣ ਵਾਸਤੇ ਉਸ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਇਹ ਸੰਪੂਰਨ ਕਰਾਇਆ। ਇਸ ਤਰ੍ਹਾਂ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਹਜੂਰ ਨੇ ਕਰਨਾ ਕੀਤਾ। ਜਿਸ ਹਰਿਮੰਦਰ ਦੇ ਅੰਦਰੋਂ ਇਸ ਆਦ ਬੀੜ ਦੇ ਵਿੱਚੋਂ ਇੱਕ ਆਵਾਜ਼ਾਂ ਆਉਂਦਾ ਸੀ, ਕਿਉਂਕਿ ਇਸ ਹਰਿਮੰਦਰ ਦੇ 4 ਦਰਵਾਜ਼ੇ ਸਨ ਤੇ ਇਸ ਆਦ ਬੀੜ ਦੇ ਵਿੱਚੋਂ ਆਵਾਜ਼ਾਂ ਇਹ ਆਉਂਦਾ ਸੀ 4 ਦਰਵਾਜ਼ਿਆਂ ਦੇ ਦੁਆਰਾ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ 4 ਵਰਨਾ ਕੋ ਸਾਂਝਾ। ਇੱਥੇ 4 ਵਰਨਾਂ ਦੇ ਲੋਕ ਆ ਕਰਕੇ ਰਹਾਨੀਤ ਬਲ ਪ੍ਰਾਪਤ ਕਰਦੇ ਨੇ। ਆਦ ਬੀੜ ਤਿਆਰ ਹੋਈ ਤੇ ਸੰਪੂਰਨਤਾ ਦੇ ਬਚਨ ਹਜੂਰ ਨੇ ਲਿਖੇ ਸੀ, ਥਾਲ ਵਿੱਚ ਤਿੰਨ ਵਸਤੂ ਪਈਓ, सत संतोष विचारो, अमृत नाम ठाकर का अयो, जिसका सबस आधारो, जे को खावे जे तो भुंजा तिसका होए आधारो। इत्थे हुण किस जाति दी, किस देश दी, किस बरादरी दी गल नहीं। हजूर ने कहा कोई भी मनुख आ जाए, बल्कि गुरु ग्रंथ साहिब की बाणी के अनुसार ये बाणी के अंदर ताकत ही ऐसी है कि पशु परेत मुगत को उतारे, पाए पार उतारे। ये बाणी का बल है कि इस बाणी का प्रभाव पशु डंगर ते पत्थरां दे उपर भी हुंदा है ते उन्हां दा भी पार उतारा हुंदा है। सो रहो विचार धन धन श्री गुरु ग्रंथ साहिब सच्चे पातशाह महाराज जी दे अज जो पहले प्रकाश दीआं समूह संगतां नूं दास वल्लों लख लख ਵਧਾਈ होवे जी, ਵਧਾई दी प्रवानगी देनी। बोले सो निहाल। सो
पावन गुरु की बाणी की विचार करदे गुरु इतिहास कहंदे दास मित्रों अनेकों प्रकार की भुलां गलतियां होईयां साध संगत सतगुरु साहब की बख्श योग हम बख्श लेना जी दास समा 8 मिनट उत्ते रह गया इस वास्ते भी संगतां को माफी मंगदा जी भुलां चुकां दी माफी गज के फतेह बुलाओ जी वाहिगुरू जी का खालसा वाहिगुरू जी की फतेह।